देखो इतिहासिक जिहड़ा तत्त है बड़ा क्लीयर जी। ज़्यादा लड़ाइयाँ महाराज ने हिंदू हिल राजियां दे नाल लड़ी। वो नरेटिव इस तरीके का दस्सिया जा रहा है मौजूदा सरकार वालों RSS वालों कि ये सारियां जिहड़ियां लड़ाइयां सिख गुरुआं ने लड़ियां, सिखां दी परसीक्यूशन हुई है, सिखां दे सिरां ते मुल रखा गया, वो इस करके रखा गया क्योंकि वो मुगलों के खिलाफ सी। ਜਿਹੜੇ ਜਿੱਥੋਂ ਤੱਕ ਇਸਲਾਮ ਦਾ ਕੁਐਸਚਨ ਆ ਸਿੱਖਾਂ ਦਾ ਕੋਈ ਵਿਰੋਧ ਨਹੀਂ ਸੀ। ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇੱਕ ਪੱਕਾ ਵਿਰੋਧ ਐਸਟੈਬਲਿਸ਼ ਹੋ ਜਾਵੇ, ਇਹ ਸਰਕਾਰ ਦੀ ਨੀਤੀ ਆ। ਐਡਾ ਬੜਾ ਫੰਕਸ਼ਨ ਕਰ ਰਹੇ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਤੁਸੀਂ ਇੰਨੇ ਵੱਡੇ ਲੈਵਲ ਦੇ ਉੱਤੇ ਸਰਕਾਰੀ ਲੈਵਲ ਦੇ ਉੱਤੇ ਜਾ ਕੇ ਸੈਲੀਬ੍ਰੇਟ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਬੁਲਡੋਜ਼ਰ ਫੇਰ ਰਹੇ ਹੋ। ਤੁਸੀਂ ਲੀਡ ਨਹੀਂ ਕਰ ਸਕਦੇ ਇਤਿਹਾਸਕਾਰ ਨੂੰ। ਇਤਿਹਾਸਕਾਰ ਡਾਕਟਰ ਕੋਲ ਬਿਮਾਰੀ ਫੜਨ ਦਾ ਆਪਣਾ ਤਰੀਕਾਕਾਰ ਹੈ, ਇਤਿਹਾਸਕਾਰ ਕੋਲ ਆਪਣਾ ਤਰੀਕਾਕਾਰ ਹੈ। ਉਹਨੇ ਸੱਚ ਲੱਭਣਾ ਕਿ ਲਾਲ ਕਿਲੇ ਤੇ ਉਦਣ ਹੋਇਆ ਕੀ ਸੀ ਤੇ ਮੰਚ ਤੇ ਕੌਣ ਬੈਠਾ ਸੀ ਤੇ ਕਿਹੜਾ ਕਥਾਵਾਚਕ ਕੀ ਬੋਲ ਰਿਹਾ ਸੀ। ਜੀ, ਕੋਈ ਸਰਕਾਰਾਂ ਧਰਮ ਨਹੀਂ ਚਲਾ ਸਕਦੀਆਂ, ਕੋਈ ਸਰਕਾਰਾਂ ਧਰਮ ਨੂੰ ਤੋੜ ਨਹੀਂ ਸਕਦੀਆਂ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਤੁਹਾਡਾ ਹੋਸਟ ਨੀਲ ਭੁਲਿੰਦਰ ਸਿੰਘ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 401ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਪਹਿਲੀ ਵਾਰ ਹੋਇਆ ਹੈ ਕਿ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਂਦਰ ਸਰਕਾਰ ਦੇ ਯਤਨਾਂ ਸਦਕਾ ਕਹਿ ਲਓ ਜਾਂ ਦਿੱਲੀ ਦੇ ਕੁਝ ਸਿੱਖ ਸੱਜਣਾਂ ਦੇ ਕੋਸ਼ਿਸ਼ਾਂ ਸਦਕਾ ਕਹਿ ਲਓ ਕਿ ਇਹ ਪ੍ਰਕਾਸ਼ ਦਿਹਾੜਾ ਉੱਥੇ ਮਨਾਇਆ ਗਿਆ। ਇਹ ਇਤਿਹਾਸਕ ਤੇ ਤਵਾਰੀਖੀ ਗੱਲ ਇਸ ਕਰਕੇ ਵੀ ਹੈ ਕਿਉਂਕਿ ਇਸੇ ਲਾਲ ਕਿਲੇ ਤੋਂ ਸਮੇਂ ਦੇ ਹੁਕਮਰਾਨ ਨੇ ਗੁਰੂ ਸਾਹਿਬ ਦੀ ਸ਼ਹਾਦਤ ਦਾ ਹੁਕਮ ਜਾਰੀ ਕੀਤਾ ਸੀ। ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਸਾਥੀ ਜੋ ਸਨ, ਇਸ ਪੱਖੋਂ ਇਹ ਗੱਲ ਜਿੱਥੇ ਇਤਿਹਾਸਕ ਹੈ ਉੱਥੇ ਹੀ ਰਤਾਕੂ ਇਸ ਗੱਲ ਨੂੰ ਲੈ ਕੇ ਥੋੜ੍ਹਾ ਜਿਹਾ ਵਿਵਾਦ ਪੈਦਾ ਹੋਇਆ ਹੈ ਕਿ ਮੌਕੇ ਦੇ ਉਸ ਆਲਾ ਸਮਾਗਮ ਦੇ ਮੌਕੇ ਦੇ ਉੱਤੇ ਜੋ ਪ੍ਰਚਾਰ ਕਰ ਰਹੇ ਸੀ, ਕਥਾਵਾਚਕ ਸਨ ਜਾਂ ਹੋਰ ਸੱਜਣ ਸਨ, ਉਹਨਾਂ ਨੇ ਇੱਕ ਗੱਲ ਥੋੜ੍ਹਾ ਜਿਹਾ ਅੰਡਰਲਾਈਨ ਕਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ 10ਵੇਂ ਪਾਤਸ਼ਾਹ ਨੇ 14 ਜੰਗਾਂ ਜਿਹੜੀਆਂ ਨੇ ਉਹ ਮੁਗਲ ਸਲਤਨਤ ਦੇ ਖਿਲਾਫ ਲੜੀਆਂ ਨੇ। ਤੱਥ ਇਹ ਕਹਿੰਦੇ ਨੇ ਕਿ ਜ਼ਿਆਦਾ ਜੰਗਾਂ ਉਹਨਾਂ ਪਹਾੜੀ ਰਾਜਿਆਂ ਦੇ ਖਿਲਾਫ ਲੜੀਆਂ ਗਈਆਂ ਜਿਨ੍ਹਾਂ ਦਾ ਪਿਛੋਕੜ ਦੇ ਵਿੱਚ ਧਰਮ ਹਿੰਦੂ ਸੀ। ਸਮੇਂ ਦੇ ਹੁਕਮਰਾਨ ਨੂੰ ਹੋ ਸਕਦਾ ਹੈ ਕਿ ਇਹ ਮਨਜ਼ੂਰ ਨਹੀਂ ਹੋਊਗਾ ਜੋ ਅੱਜ ਦੇ ਸਮੇਂ ਦਾ ਹੁਕਮਰਾਨ ਹੈ ਕਿ ਉਸ ਦੇ ਇਤਫਾਕ ਉਸੇ ਧਰਮ ਦੇ ਨਾਲ ਸੰਬੰਧਿਤ ਉਸ ਵਕਤ ਦੇ ਜੋ ਸ਼ਾਸਕ ਸਨ ਪਹਾੜੀ ਹਿਮਾਚਲ ਖੇਤਰ ਦੇ ਹਿਮ ਖੇਤਰ ਦੇ, ਕਿ ਉਹਨਾਂ ਨੂੰ ਦੁਬਾਰਾ ਅੰਡਰਲਾਈਨ ਕੀਤਾ ਜਾਏ। ਤੇ ਹੁਣ ਜੋ ਦੇਸ਼ ਦੀ ਰਾਜਨੀਤੀ ਦੇ ਵਿੱਚ ਸਥਿਤੀ ਬਣੀ ਹੋਈ ਆ, ਹਾਲਾਤ ਬਣੇ ਹੋਏ ਨੇ, ਉਹ ਉਸ ਧਰਮ ਦੇ ਖਿਲਾਫ ਨੇ ਜਿਸ ਧਰਮ ਦੇ ਸ਼ਾਸਕ ਉਸ ਵਕਤ ਦੇਸ਼ ਦੇ ਉੱਤੇ ਰਾਜ ਕਰ ਰਹੇ ਸਨ, ਮੁਗਲ। ਸੋ ਇਹ ਗੱਲਾਂ ਨੂੰ ਸਮਝਦੇ ਪਹਿਲਾਂ ਆਪਾਂ ਇਹ ਤੱਥ ਕੀ ਹੈ, ਇਹ ਹਕੀਕਤ ਕੀ ਹੈ, ਇਤਿਹਾਸ ਕੀ ਹੈ, ਫੈਕਟ ਕੀ ਨੇ ਕਿ ਕਿੰਨੀਆਂ ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਤੇ ਕਿਹਨਾਂ ਦੇ ਖਿਲਾਫ ਲੜੀਆਂ, ਇਹ ਜਾਣਨ ਵਾਸਤੇ ਅਸੀਂ ਆਏ ਹਾਂ। ਗੱਲਾਂ ਬਹੁਤ ਡੂੰਘੀਆਂ ਤੇ ਲੰਮੀਆਂ ਕਰਨੀਆਂ ਨੇ, ਪਰ ਪਹਿਲਾਂ ਇਹ ਤੱਥ ਨੂੰ ਅਸੀਂ ਫੜ ਲਈਏ ਕਿ ਅਸਲੀਅਤ ਕੀ ਹੈ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਨੀ ਨਾਮਵਰ ਦੇਸ਼ ਦੁਨੀਆ 'ਚ ਜਾਣੇ ਪਛਾਣੇ ਇਤਿਹਾਸਕਾਰ ਗੁਰਦਰਸ਼ਨ ਸਿੰਘ ਢਿੱਲੋਂ ਸਾਹਿਬ, ਤੁਹਾਡਾ ਸਵਾਗਤ ਹੈ ਸਕਾਈ ਨਿਊਜ਼ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਿਊਜ਼ ਪੰਜਾਬ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਤਿਹਾਸਕ ਤੱਥ ਕੀ ਹੈ ਜੀ, ਕਿੰਨੀਆਂ ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਤੇ ਕਿਹਦੇ ਨਾਲ ਲੜੀਆਂ? ਦੇਖੋ ਇਤਿਹਾਸਿਕ ਜਿਹੜਾ ਤੱਤ ਉਹ ਬੜਾ ਕਲੀਅਰ ਜੀ। ਜ਼ਿਆਦਾ ਲੜਾਈਆਂ ਮਹਾਰਾਜ ਨੇ ਹਿੰਦੂ ਹਿਲ ਰਾਜਿਆਂ ਦੇ ਨਾਲ ਲੜੀ। ਤੋਂ ਉਸ ਤੋਂ ਬਾਅਦ ਉਹਨਾਂ ਨੇ ਮੁਗਲਾਂ ਦੇ ਖਿਲਾਫ ਲੜੀਆਂ। ਹਿੰਦੂ ਹਿਲ ਰਾਜਿਆਂ ਦਾ ਅਲਾਇੰਸ ਸੀ ਮੁਗਲ ਸਲਤਨਤ ਦੇ ਨਾਲ ਉਸ ਵੇਲੇ, ਜਿਹਨੂੰ ਆਪਾਂ ਅੱਜ ਕੱਲ੍ਹ ਗੱਠਜੋੜ ਕਹਿੰਦੇ ਹਾਂ। ਗੱਠਜੋੜ, ਸਿਆਸੀ ਗੱਠਜੋੜ ਸੀ, ਜੋ ਵਾਟਐਵਰ ਯੂ ਮੇ ਸੇ ਜੀ। ਉਹਨਾਂ ਦੀ ਕਲੀਅਰ ਅੰਡਰਸਟੈਂਡ ਸੀ ਔਰ ਪ੍ਰੋਟੈਕਸ਼ਨ ਸੀ, ਪ੍ਰੋਟੈਕਟੋਰੇਟ ਸੀਗੇ ਉਹ ਮੁਗਲ ਐਂਪਰਰ ਦੇ ਜੀ। ਤੋਂ ਇਸ ਕਰਕੇ ਮਤਲਬ ਕਲੀਅਰ ਇੱਕ ਅਲਾਇੰਸ ਸੀ। ਰਾਜਪੂਤ ਹਿਲ ਜਿਹੜੇ ਚੀਫ ਸੀਗੇ ਇਸ ਏਰੀਏ ਦੇ ਜੀ, ਹਿਲ ਏਰੀਆਜ਼ ਦੇ, ਉਹਨਾਂ ਦਾ ਟੋਟਲ ਅਲਾਇੰਸ ਸੀ ਮੁਗਲ ਐਂਪਰਰ ਦੇ ਨਾਲ। ਤੋਂ ਮੁਗਲ ਐਂਪਰਰ ਨੂੰ ਹਰ ਕਿਸਮ ਦੀ ਅਸਿਸਟੈਂਸ ਦਿੰਦੇ ਸੀ ਉਹ। ਮੁਗਲ ਐਂਪਰਰ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦਾ ਸੀਗਾ। ਤੋਂ ਗੁਰੂ ਮਹਾਰਾਜ ਦਾ ਜਿਹੜਾ ਮੋਟਿਵ ਸੀ ਖਾਲਸੇ ਦੀ ਸਿਰਜਣਾ ਤੋਂ ਪਹਿਲਾਂ ਵੀ ਜੀ, ਜ਼ਾਤ ਪਾਤ ਦੇ ਵਿਰੋਧ ਦੇ ਵਿੱਚ। ਤੋਂ ਲੇਕਿਨ ਹਿੰਦੂਇਜ਼ਮ ਦਾ ਜਿਹੜਾ ਆਧਾਰ ਆ ਉਹ ਜ਼ਾਤ ਪਾਤ ਦੇ ਉੱਤੇ ਆ। ਸਟੀਲ ਫਰੇਮ ਆ ਜਿਹੜੀ ਜ਼ਾਤ ਪਾਤ ਦਾ ਸਿਸਟਮ ਹੈ, ਉਹ ਸਟੀਲ ਫਰੇਮ ਆ ਹਿੰਦੂਇਜ਼ਮ ਦਾ, ਜਿਸ ਨੂੰ ਅੰਗਰੇਜ਼ ਸਟੀਲ ਫਰੇਮ ਦਾ ਫਰੇਜ਼ ਔਰ ਈਡੀਅਮ ਯੂਜ਼ ਕਰਦੇ ਜੀ।
ਤੋ ਅੱਜ ਜਿਹੜੀ ਜੋ ਇਸ ਗੱਲ ਨੂੰ ਰੀਇੰਟਰਪ੍ਰੀਟ ਕੀਤਾ ਜਾ ਰਿਹਾ, ਇੱਕ ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ, ਉਹ ਨੈਰੇਟਿਵ ਇਸ ਤਰੀਕੇ ਦਾ ਸਿਰਜਿਆ ਜਾ ਰਿਹਾ ਮੌਜੂਦਾ ਸਰਕਾਰ ਵੱਲੋਂ, RSS ਵੱਲੋਂ, ਕਿ ਇਹ ਸਾਰੀਆਂ ਜਿਹੜੀਆਂ ਲੜਾਈਆਂ ਸਿੱਖ ਗੁਰੂਆਂ ਨੇ ਲੜੀਆਂ ਜਾਂ ਸਿੱਖ ਗੁਰੂਆਂ ਦੀ ਜਿਹੜੀ ਪ੍ਰਸੀਕਿਊਸ਼ਨ ਹੋਈ ਆ, ਸਾਹਿਬਜ਼ਾਦਿਆਂ ਦੀ ਪ੍ਰਸੀਕਿਊਸ਼ਨ ਹੋਈ ਆ, ਸਿੱਖਾਂ ਦੀ ਪ੍ਰਸੀਕਿਊਸ਼ਨ ਹੋਈ ਹੈ, ਸਿੱਖਾਂ ਦੇ ਸਿਰਾਂ 'ਤੇ ਮੁੱਲ ਰੱਖਿਆ ਗਿਆ, ਉਹ ਇਸ ਕਰਕੇ ਰੱਖਿਆ ਗਿਆ ਕਿਉਂਕਿ ਉਹ ਮੁਗਲਾਂ ਦੇ ਖਿਲਾਫ ਸੀ। ਜਿਹੜੇ ਜਿੱਥੋਂ ਤੱਕ ਇਸਲਾਮ ਦਾ ਕੁਐਸਚਨ ਆ, ਸਿੱਖਾਂ ਦਾ ਕੋਈ ਵਿਰੋਧ ਨਹੀਂ ਸੀ। ਸਿੱਖਾਂ ਦਾ ਸਿਰਫ ਤੇ ਸਿਰਫ ਵਿਰੋਧ ਸੀ ਜਿਹੜਾ ਜ਼ੁਲਮੋ ਸਿਤਮ ਉਸ ਵੇਲੇ ਦੀ ਕੱਟੜਪੰਥੀ ਸਰਕਾਰ ਕਰ ਰਹੀ ਸੀ। ਉਹ ਕੱਟੜਪੰਥੀ ਸਰਕਾਰ ਨਹੀਂ ਰਹੀ। ਅੱਜ ਦੀ ਜਿਹੜੀ ਸਰਕਾਰ ਆ ਉਹ ਵੀ ਕੱਟੜਪੰਥੀ। ਅੱਜ ਜੇ ਗੁਰੂ ਤੇਗ ਬਹਾਦਰ ਮਹਾਰਾਜ ਹੁੰਦੇ, ਉਹਨਾਂ ਨੇ ਲੜਾਈ ਇਸ ਦੀ ਮੌਜੂਦਾ ਜਿਹੜੀ ਐਸਟੈਬਲਿਸ਼ਮੈਂਟ ਆ, ਮੌਜੂਦਾ ਜਿਹੜੀ ਸਰਕਾਰ ਆ, ਉਸ ਦੇ ਖਿਲਾਫ ਉਸੇ ਤਰੀਕੇ ਨਾਲ ਵਿਰੋਧ ਕਰਨਾ ਸੀ। ਤੋ ਇਸ ਕਰਕੇ ਸਿੱਖੀ ਦਾ ਵਿਰੋਧ ਕਿਸੇ ਪਰਟੀਕੂਲਰ ਰਿਲੀਜਨ ਦੇ ਨਾਲ ਨਹੀਂ, ਸਰਬੱਤ ਦੇ ਭਲੇ ਦੀ ਹੈ ਜੀ। ਔਰ ਸਿੱਖੀ ਦੇ ਵਿੱਚ ਬੜੀ ਅਕੋਮੋਡੇਸ਼ਨ ਆ ਕਿ ਹਰ ਜਿਹੜਾ ਮਤਲਬ ਧਰਮ ਹੈ ਉਹ ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਆਪਣੀਆਂ ਜੋ ਸਿਸਟਮ ਆ ਉਸ ਨੂੰ ਲਾਗੂ ਰੱਖੇ, ਉਹਨੂੰ ਮਨਾਵੇ। ਗੁਰੂ ਤੇਗ ਬਹਾਦਰ ਮਹਾਰਾਜ ਦੀ 9ਵੇਂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਉਹ ਹੈ ਫਰੀडम ਆਫ ਐਕਸਪ੍ਰੈਸ਼ਨ ਆਫ ਰਿਲੀਜਨ ਜੀ, ਕਿ ਹਰ ਵਰਗ ਨੂੰ, ਹਰ ਜਿਹੜਾ ਧਾਰਮਿਕ ਸਿਸਟਮ ਹੈ ਉਹ ਆਪਣੀਆਂ ਰਹੁ ਰੀਤਾਂ ਆਪਣੇ ਮੁਤਾਬਕ ਮਨਾ ਸਕਦਾ। ਉਸ ਦਾ ਉਹ ਧਰਮ, ਉਸ ਦਾ ਜਨਮ ਅਧਿਕਾਰ ਹੈ ਔਰ ਉਸ ਦੇ ਉੱਤੇ ਕਿਸੇ ਕਿਸਮ ਦੀ ਜਿਹੜੀ ਸਟੇਟ ਹੈ ਜਾਂ ਸਰਕਾਰ ਹੈ ਉਹ ਉਸ ਦੇ ਉੱਤੇ ਕਿਸੇ ਕਿਸਮ ਦਾ ਕੰਟਰੋਲ ਨਹੀਂ ਕਰ ਸਕਦੀ। ਇਸ ਇਸ਼ੂ ਦੇ ਉੱਤੇ ਕੋਈ ਇਸ ਇਸ਼ੂ 'ਤੇ ਨਹੀਂ ਹੈ ਵੀ ਉਹਨਾਂ ਨੇ ਇਸਲਾਮ ਦੇ ਵਿਰੋਧ 'ਚ ਦਿੱਤੀ ਜਾਂ ਹਿੰਦੂਆਂ ਦੇ ਹੱਕ ਵਿੱਚ ਦਿੱਤੀ। ਉਹਨਾਂ ਨੇ ਇੱਕ ਹਰ ਵਰਗ, ਹਰ ਧਰਮ, ਹਰ ਜਿਹੜੇ ਲੋਕ ਬਿਲੀਵਰਸ ਹੈਗੇ ਆ ਉਹ ਆਪਣੇ ਧਰਮ ਨੂੰ, ਉਹਨਾਂ ਦਾ ਰਾਈਟ ਹੈ, ਧਰਮ ਜਿਹੜਾ ਜਨਮ ਅਧਿਕਾਰ ਹੈ ਕਿ ਉਹ ਆਪਣੀਆਂ ਰਹੁ ਰੀਤਾਂ ਦੇ ਮੁਤਾਬਕ ਆਪਣੇ ਧਰਮ ਨੂੰ ਮਨਾਓ। ਪਰ ਜਿਸ ਕਾਲ ਦੀ ਆਪਾਂ ਗੱਲ ਕਰ ਰਹੇ ਹਾਂ, ਅੱਜ ਤੋਂ 400 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਪੌਣੇ 350 ਸਾਲ, ਪੌਣੇ 400 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਉਸ ਵਕਤ ਆਪਾਂ ਜਾਣਦੇ ਹੀ ਹਾਂ, ਹਿਸਟਰੀ ਆਮ ਤੌਰ ਤੇ ਆਪਾਂ ਸਾਰਿਆਂ ਨੇ ਕਿਸੇ ਨਾ ਕਿਸੇ ਰੂਪ 'ਚ ਪੜ੍ਹੀ ਹੈ ਕਿ ਧਰਮ ਉਦੋਂ ਇਸ ਤਰ੍ਹਾਂ ਦੀ ਇੱਕ ਟੂਲ ਸੀ ਕਿ ਧਰਮ ਅਗਰ ਕਿਸੇ ਨੇ ਕਿਸੇ ਦੂਜੇ ਨੂੰ ਆਪਣੇ ਅਧੀਨ ਕਰਨਾ, ਰਾਜ ਨੇ, ਦੇਸ਼ ਨੇ ਜਾਂ ਕਿਸੇ ਸੂਬੇ ਨੇ ਜਾਂ ਕਿਸੇ ਕਸਬੇ ਨੇ ਵੀ, ਕਿ ਉਹਨੂੰ ਕਿਹਾ ਜਾਂਦਾ ਸੀ ਤੂੰ ਮੇਰਾ ਧਰਮ ਮੰਨਣਾ ਸ਼ੁਰੂ ਕਰ। ਇੱਥੋਂ ਹੀ ਗੱਲ ਸ਼ੁਰੂ ਹੋਈ ਕਿ ਈਨ ਮੰਨਣ ਦਾ ਮਤਲਬ ਹੈ ਕਿ ਇਸਲਾਮ ਕਬੂਲ ਕਰੋ। ਕਿਉਂਕਿ ਮੌਕੇ ਦਾ ਸ਼ਾਸਕ ਸੀ, ਉਹਦਾ ਧਰਮ ਇਸਲਾਮ ਸੀ, ਉਹਦਾ ਵਿਸ਼ਵਾਸ ਇਸਲਾਮ ਧਰਮ ਸੀ ਨਿੱਜੀ ਤੌਰ ਦੇ ਉੱਤੇ। ਜੇਕਰ ਔਰੰਗਜ਼ੇਬ ਸੀ, ਅਕਬਰ ਸੀ, ਬਾਬਰ ਸੀ, ਉਹਦਾ ਵਿਸ਼ਵਾਸ, ਉਹਦੀ ਆਸਥਾ ਇਸਲਾਮ ਧਰਮ ਸੀ। ਇਸ ਕਰਕੇ ਉਹ ਇਸਲਾਮ ਧਰਮ ਦਾ ਮਤਲਬ ਕਿ ਰਾਜਨੀਤਿਕ ਤੌਰ ਦੇ ਉੱਤੇ ਤੁਸੀਂ ਮੇਰੇ ਅਧੀਨ ਹੋ ਗਏ। ਹੁਣ ਬਿਲਕੁਲ ਇਸੇ ਪ੍ਰਸੰਗ ਨੂੰ ਜਿਹੜਾ ਹੁਣ ਟਵਿਸਟ ਕਰਕੇ ਦਿਖਾਇਆ ਜਾ ਰਿਹਾ ਹੈ ਕਿ ਮੁਸਲਮਾਨਾਂ ਦੇ ਨਾਲ ਸਿੱਖਾਂ ਦਾ ਵੈਰ ਸੀ, ਹਿੰਦੂਆਂ ਦੇ ਨਾਲ ਸਿੱਖਾਂ ਦਾ ਵੈਰ ਸੀ, ਜਾਂ ਮੁਸਲਮਾਨਾਂ ਦਾ ਹਿੰਦੂਆਂ ਦੇ ਨਾਲ ਵੈਰ ਸੀ। ਸਿੱਖਾਂ ਦਾ ਵੈਰ ਤੇ ਵਿਰੋਧ ਸੀ ਜਿਹੜਾ ਇਸਲਾਮਿਕ ਫੰਡਾਮੈਂਟਲਿਜ਼ਮ ਜੀ, ਜਿਸ ਤਰੀਕੇ ਨਾਲ ਇਸਲਾਮ ਨੂੰ ਇੰਪੋਜ਼ ਕੀਤਾ ਜਾ ਰਿਹਾ ਸੀ, ਦੂਸਰੇ ਧਰਮਾਂ ਨੂੰ ਥੋਸਿਆ ਜਾ ਰਿਹਾ ਸੀ, ਉਸ ਵਿਰੋਧ ਦੇ ਵਿੱਚ ਸਿੱਖੀ ਦਾ ਵਿਰੋਧ ਸੀ ਜੀ। ਤੋ ਇਹ ਗੱਲ ਕਹਿ ਦੇਣੀ ਵੀ ਸਿੱਖਾਂ, ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਦੇ ਵਿੱਚ ਬਹੁਤ ਵੱਡੇ ਸਿਪਾਹ ਸਲਾਰ ਵੀ ਮੁਸਲਮਾਨ ਸੀ ਔਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦਿੱਤਾ, ਬੰਦਾ ਬਹਾਦਰ ਦਾ ਸਾਥ ਦਿੱਤਾ, ਪੀਰ ਬੁੱਧੂ ਸ਼ਾਹ ਹੋਰ ਬੜੇ ਬਹੁਤ ਹੈ। ਤੋ ਮੇਰਾ ਮਤਲਬ ਕਹਿਣ ਦਾ ਇਹ ਹੈ ਵੀ ਇਸ ਕਿਸਮ ਦੀ ਨੈਰੇਟਿਵ ਸਿਰਜਣਾ ਜਿਹੜਾ ਹੈਗਾ, ਉਹ ਜਿਹੜੇ ਉਹ ਇਤਿਹਾਸਿਕ ਤੱਥ ਹੈ ਉਹਨਾਂ ਨੂੰ ਮਤਲਬ ਨਕਾਰ ਕੇ, ਉਹਨਾਂ ਨੂੰ ਝੁਠਲਾ ਕੇ ਇੱਕ ਝੂਠੀ ਯਾਨੀ ਚੀਜ਼ ਸਿਰਜਣ ਦੀ ਇਹ ਸਾਰੀ ਨੈਰੇਟਿਵ ਹੈ, ਤਾਂ ਕਿ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਇੱਕ ਪੱਕਾ ਵਿਰੋਧ ਐਸਟੈਬਲਿਸ਼ ਹੋ ਜਾਵੇ। ਇਹ ਸਰਕਾਰ ਦੀ ਨੀਤੀ ਆ। ਅੱਜ ਜਿਹੜੀ ਸਰਕਾਰ, ਇੱਕ ਪਾਸੇ ਤਾਂ ਤੁਸੀਂ ਐਡਾ ਬੜਾ ਫੰਕਸ਼ਨ ਕਰ ਰਹੇ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਨੂੰ ਤੁਸੀਂ ਇੰਨੇ ਵੱਡੇ ਲੈਵਲ ਦੇ ਉੱਤੇ, ਸਰਕਾਰੀ ਲੈਵਲ ਦੇ ਉੱਤੇ ਜਾ ਕੇ ਸੈਲੀਬ੍ਰੇਟ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਬੁਲਡੋਜ਼ਰ ਫੇਰ ਰਹੇ ਹੋ। ਉਹ ਸਾਈਮਲਟੇਨੀਅਸ ਜੀ ਜਹਾਂਗੀਰਪੁਰੀ ਦੇ ਵਿੱਚ ਜੀ ਉਹਨਾਂ ਨੇ ਹੱਥੇ ਮਤਲਬ ਗਰੀਬ ਲੋਕਾਂ ਦੇ, ਜਿਨ੍ਹਾਂ ਦੀਆਂ ਛੋਟੀਆਂ-ਮੋਟੀਆਂ ਦੁਕਾਨਾਂ, ਛੋਟੇ-ਮੋਟੇ ਘਰ, ਇੱਕ ਮਸਜਿਦ ਵੀ ਢਾਈ ਜਾ ਰਹੀ। ਇਹ ਗੱਲ ਬੜੀ ਦੁਖਦਾਈ, ਇਹ ਗੱਲ ਬੜੀ ਪਰੇਸ਼ਾਨ ਕਰਨ ਵਾਲੀ ਹੈ। ਔਰ ਮੈਂ ਇੱਥੇ ਖਾਸ ਤੌਰ 'ਤੇ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨੂੰ, ਲੋਕ ਬਹੁਤ ਇਸ ਗੱਲ ਦੇ ਵਿੱਚ, ਲੋਕਾਂ ਨੂੰ ਕਿਸੇ ਗੱਲ ਦੀ ਸਮਝ ਨਹੀਂ ਕਿ ਜਿਹੜਾ
ਇਸਲਾਮ ਇਸ ਮੁਲਕ ਦੇ ਵਿੱਚ ਫੈਲਿਆ ਉਹ ਕੱਟੜਪੁਣੇ ਕਰਕੇ ਨਹੀਂ ਫੈਲਿਆ, ਹਾਂ, ਉਹ ਔਰੰਗਜ਼ੇਬ ਦੀ ਵਜ੍ਹਾ ਕਰਕੇ ਨਹੀਂ ਫੈਲਿਆ। ਉਹ ਬੜੀ ਇੱਕ ਲਿਬਰਲ ਸੂਫੀਜ਼ਮ ਜਿਹੜਾ ਸੀ ਹਿੰਦੁਸਤਾਨ ਦੇ ਵਿੱਚ ਲੈ ਕੇ ਆਏ ਜਿਹੜੇ ਇਸਲਾਮ ਵਾਲੇ ਸੀ ਜੀ, ਉਸ ਦੇ ਨਾਲ ਉਹਦਾ ਆਧਾਰ ਕੀ ਸੀ? ਪਿਆਰ ਸੀ, ਲਵ। ਜਿਸ ਤਰ੍ਹਾਂ ਬਾਬਾ ਸ਼ੇਖ ਫਰੀਦ ਆ ਜੀ, ਬਾਬਾ ਸ਼ੇਖ ਫਰੀਦ ਨੂੰ ਸ਼ੱਕਰਗੰਜ ਕਿਹਾ ਜਾਂਦਾ, ਮਿੱਠਾ ਇੰਨਾ ਸੀ। ਬਿਲਕੁਲ। ਔਰ ਉਸ ਦੀ ਜਿਹੜੀ ਜਿੰਨੇ ਸ਼ਲੋਕ ਆ ਅੱਜ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਸ ਦੇ ਸ਼ਲੋਕ ਬਿਲਕੁਲ ਪਾਏ ਗਏ ਆ ਮਹਾਰਾਜ ਜੀ, ਜੀ। ਨੇ। ਤੋਂ ਇਸ ਕਰਕੇ ਇਹ ਗੱਲ ਕਹਿ ਦੇਣੀ ਕਿ ਇਹ ਜਿਹੜਾ ਇਸਲਾਮ ਫੈਲਿਆ ਉਹ ਪਰਸੀਕਿਊਸ਼ਨ ਕਰਕੇ ਫੈਲਿਆ, ਜਿਹੜੇ ਮੁਗਲ ਐਂਪਰਰ ਨੇ ਪਰਸੀਕਿਊਸ਼ਨ ਕੀਤੀ ਨਾਨ ਮੁਸਲਿਮਸ ਦੀ, ਬਿਲਕੁਲ ਗਲਤ ਗੱਲ ਹੈ ਜੀ। ਜੇ ਇਹ ਗੱਲ ਇਸੇ ਤਰ੍ਹਾਂ ਹੁੰਦੀ ਤਾਂ ਮੇਰਾ ਇੱਕ ਸਵਾਲ ਹੈ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਕਿਸਮ ਦਾ ਨੈਰੇਟਿਵ ਸਿਰਜਣਾ ਚਾਹੁੰਦੇ ਆ, ਸਿੱਖੀ ਕਿੱਥੋਂ ਫੈਲੀ? ਸਿੱਖੀ ਕਦੋਂ ਫੈਲੀ? ਇੱਕੋ ਗੁਰੂ ਨਾਨਕ ਤਾਂ ਇਕੱਲਾ ਹੀ ਹੈ ਨਾ, ਗੁਰੂ ਅੰਗਦ ਇਕੱਲਾ ਹੀ ਹੈ, ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਸਿੱਖ ਫੈਲ ਗਏ। ਕਿੱਥੇ ਜੇ ਇਸ ਕਿਸਮ ਦੀ ਪਰਸੀਕਿਊਸ਼ਨ ਮੁਗਲਾਂ ਦੀ ਹੁੰਦੀ, ਇਸਲਾਮਿਕ ਫੰਡਾਮੈਂਟਲਿਜ਼ਮ ਦੀ ਹੁੰਦੀ, ਤਾਂ ਸਿੱਖੀ ਇਸ ਤਰ੍ਹਾਂ ਫੈਲ ਨਹੀਂ ਸੀ ਸਕਦੀ। ਤੋਂ ਇਸ ਕਰਕੇ ਜਿਹੜਾ ਲਵ ਦਾ ਨੈਰੇਟਿਵ ਹੈ ਉਹੀ ਦੁਨੀਆ ਨੂੰ ਅਟਰੈਕਟ ਕਰਦਾ ਆਪਣੇ ਪਾਸ। ਸਿੱਖਾਂ ਗੁਰੂਆਂ ਦਾ ਜਿਹੜਾ ਸਾਡਾ ਵਰਡ ਵਿਊ ਆ ਸਿੱਖੀ ਦਾ, ਉਹ ਲਵ ਹੈ। ਜੇ ਤੋਂ ਪ੍ਰੇਮ ਖਿਲਨ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਇਤਮਾਰਕ ਪੈਰ ਤਰੀਜੇ ਸਿਰ ਦੀਜੇ ਕਾਨ ਲਗੇ, ਪਿਆਰ ਜੀ, ਲਵ ਹੈ। ਤੋਂ ਇਹੀ ਜਿਹੜਾ ਦੁਨੀਆ ਦੇ ਵਿੱਚ ਜਿੰਨੇ ਧਰਮ ਫੈਲੇ ਆ ਉਹ ਹਮੇਸ਼ਾ ਲਵ ਦੇ ਆਧਾਰ ਦੇ ਉੱਤੇ, ਕਿਸੇ ਨੂੰ ਤੁਸੀਂ ਪਿਆਰ ਦਿੱਤਾ, ਕਿਸੇ ਗਰੀਬ ਦੀ ਤੁਸੀਂ ਮਦਦ ਕੀਤੀ, ਕਿਸੇ ਭੁੱਖੇ ਨੂੰ ਤੁਸੀਂ ਖਾਣਾ ਦਿੱਤਾ, ਕਿਸੇ ਬੇਸਹਾਰੇ ਨੂੰ ਤੁਸੀਂ ਸਹਾਰਾ ਦਿੱਤਾ। ਦਿਸ ਇਜ਼ ਦੀ ਵੇ ਤੁਹਾਡਾ ਧਰਮ ਤਾਂ ਫੈਲ ਸਕਦਾ। ਤੁਹਾਡਾ ਧਰਮ ਕਦੇ ਵੀ ਪਰਸੀਕਿਊਸ਼ਨ ਦੇ ਨਾਲ, ਕੱਟੜਪੁਣੇ ਦੇ ਨਾਲ ਕਦੇ ਵੀ ਨਹੀਂ ਫੈਲ ਸਕਦਾ। ਔਰ ਫਿਰ ਤੁਸੀਂ ਦੇਖੋ ਬੜੀ ਕਮਾਲ ਦੀ ਗੱਲ ਜੀ, ਜਦੋਂ ਸਿੱਖਾਂ ਦਾ ਰਾਜ ਆਇਆ, ਮਹਾਰਾਜਾ ਰਣਜੀਤ ਸਿੰਘ ਵੇਲੇ, ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਮਿਸਲਾਂ ਦਾ ਰਾਜ ਆਇਆ, ਫਿਰ ਇਸੇ ਤਰੀਕੇ ਬੰਦਾ ਸਿੰਘ ਬਹਾਦਰ ਦਾ ਰਾਜ ਆਇਆ। ਕਿਹਦੇ ਨਾਂ ਦੇ ਉੱਤੇ ਸਿੱਕੇ ਜਾਰੀ ਕੀਤੇ? ਪਹਿਲੀ ਵਾਰ ਦੁਨੀਆ ਦੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਕਰਕੇ ਦਿਖਾਇਆ ਕਿ ਆਪਣੇ ਪੈਗੰਬਰਾਂ ਦੇ ਉੱਤੇ, ਆਪਣੇ ਗੁਰੂਆਂ ਦੇ ਨਾਵਾਂ ਦੇ ਉੱਤੇ, ਚਾਹੇ ਬੰਦਾ ਸਿੰਘ ਬਹਾਦਰ ਦਾ ਸਿੱਕਾ ਹੈ, ਚਾਹੇ ਮਿਸਲਾਂ ਦਾ ਸਿੱਕਾ ਹੈ, ਚਾਹੇ ਰਣਜੀਤ ਸਿੰਘ ਦਾ। ਰਣਜੀਤ ਸਿੰਘ ਨੇ ਆਪਣੇ ਨਾਂ ਦੇ ਉੱਤੇ ਨਹੀਂ ਸਿੱਕੇ ਜਾਰੀ ਕੀਤੇ ਜੀ। ਜਿੰਨੇ ਵੀ ਸ਼ਾਸਕ ਹੋਏ ਆ ਇਸ ਦੁਨੀਆ ਦੇ ਵਿੱਚ, ਉਹਨਾਂ ਨੇ ਸਿੱਕੇ ਆਪਣੇ ਨਾਂ ਦੇ ਉੱਤੇ, ਆਪਣੇ ਖਾਨਦਾਨਾਂ, ਆਪਣਾ ਸਿੱਕਾ ਚਲਾਇਆ ਜਿਹਨੂੰ ਕਹਿੰਦੇ ਆਪਾਂ ਜੀ। ਸਿੱਖਾਂ ਨੇ ਸਿੱਕੇ ਜਾਰੀ ਕੀਤੇ ਗੁਰੂ ਦੇ ਨਾਲ। ਉਹ ਜਿਹੜੀ ਸੀਲ ਵੀ ਸੀ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ, ਅਕਾਲ ਸਹਾਇ, ਐਡਰੈਸ ਟੂ ਦੀ ਅਕਾਲ ਪੁਰਖ ਜੀ, ਸਮਝੇ ਨਹੀਂ? ਤੋਂ ਇਸੇ ਤਰੀਕੇ ਦੇ ਨਾਲ ਸਿੱਖਾਂ ਦੇ ਸਿਰਾਂ ਤੇ ਮੁੱਲ ਰੱਖੇ ਗਏ, ਸਿੱਖਾਂ ਦੀ ਪਰਸੀਕਿਊਸ਼ਨ ਹੋਈ, ਗੁਰੂਆਂ ਦੀ ਪਰਸੀਕਿਊਸ਼ਨ ਹੋਈ, ਗੁਰੂਆਂ ਦੇ ਬੱਚਿਆਂ ਦੀ ਪਰਸੀਕਿਊਸ਼ਨ ਹੋਈ, ਸਾਹਿਬਜ਼ਾਦਿਆਂ ਦੀ। ਬਾਵਜੂਦ ਇਸ ਗੱਲ ਦੇ ਇੱਕ ਮਿਸਾਲ ਨਹੀਂ ਮਿਲਦੀ ਸਿੱਖ ਰਾਜ ਦੇ ਵਿੱਚ। ਰਣਜੀਤ ਸਿੰਘ ਦਾ ਰਾਜ ਸਰਕਾਰੀ ਖਾਲਸਾ, ਉਹ ਕਹਿੰਦਾ ਸੀ ਸਰਕਾਰੀ ਖਾਲਸਾ ਮੇਰਾ ਰਾਜ ਨਹੀਂ ਹੈ, ਸਰਕਾਰੀ ਖਾਲਸਾ ਜੀ। ਉਸ ਰਾਜ ਦੇ ਵਿੱਚ ਇੱਕ ਵੀ ਮੁਸਲਮਾਨ ਨੂੰ ਮਜਬੂਰ ਨਹੀਂ ਕੀਤਾ ਗਿਆ ਵੀ ਤੂੰ ਆਪਣਾ ਧਰਮ ਛੱਡ ਕੇ ਇੱਧਰ ਆ ਜਾ ਸਾਡੇ। ਨਹੀਂ, ਇਹ ਹੋ ਨਹੀਂ ਸਕਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖ ਕੇ ਰਾਜ ਕੀਤਾ ਗਿਆ। ਉਹਨਾਂ ਕਤਲਾਂ ਕੀਮਤਾਂ 'ਤੇ ਰਾਜ ਕੀਤਾ ਗਿਆ। ਉਹ ਕਤਲਾਂ ਕੀਮਤਾਂ ਅਲਾਓ ਨਹੀਂ ਕਰਦੀਆਂ ਵੀ ਕਿਸੇ ਬੰਦੇ ਨੂੰ, ਉਹ ਤਾਂ ਫਰੀਡਮ ਆਫ ਐਕਸਪ੍ਰੈਸ਼ਨ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੈ ਜੀ। ਤੇ ਜੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੈ ਤਾਂ ਕਿਸ ਤਰੀਕੇ ਨਾਲ ਸਿੱਖ ਰਾਜ ਦੇ ਵਿੱਚ ਲੋਕਾਂ ਨੂੰ ਮਜਬੂਰ ਕਰਕੇ ਉਹਨਾਂ ਦਾ ਧਰਮ ਤਬਦੀਲ ਕਰਨ ਲਈ ਉਹਨਾਂ ਦੀ ਪਰਸੀਕਿਊਸ਼ਨ ਕੀਤੀ ਜਾਵੇ? ਕੋਈ ਨਹੀਂ ਜੀ। ਪ੍ਰੋਫੈਸਰ ਢਿੱਲੋਂ, ਤੁਸੀਂ ਹਿਸਟਰੀ ਦੇ ਪ੍ਰੋਫੈਸਰ ਹੋ। ਹੁਣ ਜੋ ਹਿਸਟਰੀ ਘੜੀ ਜਾ ਰਹੀ ਹੈ, ਜੋ ਹਿਸਟਰੀ ਦੇ ਇੱਕ ਤਰ੍ਹਾਂ ਨਾਲ ਆਧਾਰ ਛੱਡੇ ਜਾ ਰਹੇ ਨੇ, ਜੇ ਕਿਸੇ ਹਿਸਟੋਰੀਅਨ ਨੇ ਅੱਜ ਤੋਂ 100 ਸਾਲ ਪਹਿਲਾਂ ਜਾਂ 500 ਸਾਲ ਬਾਅਦ ਜਾ ਕੇ ਹਿਸਟਰੀ ਲਿਖਣੀ ਹੋਏਗੀ ਤਾਂ ਉਸਨੇ ਦੇਖਣਾ ਹੋਏਗਾ ਕਿ ਉਹਨਾਂ ਦਿਨਾਂ ਦੇ ਵਿੱਚ ਡਿਜੀਟਲੀ ਸਾਨੂੰ ਕੀ ਮਿਲਦਾ ਹੈ। ਆ ਸਾਡੀਆਂ ਗੱਲਾਂ ਬਾਤਾਂ ਵੀ ਸ਼ਾਇਦ ਕਿਸੇ ਦੇ ਹੱਥ ਲੱਗ ਜਾਣ ਅੱਜ ਤੋਂ 200 300 500 ਸਾਲ ਬਾਅਦ ਕਿਤੇ ਡਿਜੀਟਲ ਵਰਲਡ ਦੇ ਵਿੱਚ ਸਰਚ ਮਾਰਦੇ ਆ, ਤਾਂ ਇੱਥੋਂ ਉਹਨੇ ਨਿਸ਼ਚਿਤ ਕਰਨਾ ਕਿ ਉਦੋਂ ਇਸ ਤਰ੍ਹਾਂ ਦਾ ਕਾਲ ਰਿਹਾ ਹੋਏਗਾ। ਤਾਂ ਅੱਜ ਲਾਲ ਕਿਲ੍ਹੇ ਦੇ ਉੱਤੇ ਜਿੱਥੋਂ ਮੈਂ ਕਿਹਾ ਕਿ 400 ਸਾਲ 300 ਸਾਲ 350 ਸਾਲ ਪਹਿਲਾਂ ਜਿਹੜਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਹੜਾ ਹੁਕਮ ਜਾਰੀ ਕੀਤਾ ਗਿਆ, ਉੱਥੇ ਅੱਜ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ, ਇਹ ਵੀ ਹਿਸਟਰੀ ਦਾ ਹਿੱਸਾ ਹੈ। ਪਰ ਉੱਥੇ ਹੀ ਜਾ ਕੇ ਗੁਰੂ ਕੇ ਲਾਲ, ਗੁਰਬਾਣੀ ਦਾ ਵਿਖਿਆਨ ਕਰਨ ਵਾਲੇ ਕੀਰਤਨੀਏ, ਕਥਾਵਾਚਕ, ਬਾਬਾ ਬੰਤਾ ਸਿੰਘ ਕਿੱਡਾ ਵੱਡਾ ਨਾਮ ਹੈ, ਆਪਾਂ ਜਾਣਦੇ ਹਾਂ, ਸਵੇਰੇ ਟੀਵੀ ਤੇ ਦੇਖਦੇ ਨੇ, ਉਹ ਸ਼ਖਸੀਅਤਾਂ ਵੀ ਮਜਬੂਰ ਹੋ ਗਈਆਂ। ਇਹ ਕਿਸ ਤਰ੍ਹਾਂ ਦੀ ਹਿਸਟਰੀ ਘੜ ਰਹੀਆਂ ਨੇ? ਫਿਰ ਉਹ ਗੱਲਾਂ ਸਾਰੀਆਂ, ਇਹ ਗੱਲਾਂ ਆਲਰੇਡੀ ਇਤਿਹਾਸ ਦੇ ਵਿੱਚ ਹੋ ਚੁੱਕੀਆਂ ਜੀ। ਕਿਸ ਤਰ੍ਹਾਂ ਹੋ ਚੁੱਕੀਆਂ? ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇੱਕ ਮੈਸੇਜ ਭੇਜਿਆ
ਵੀ ਤੁਹਾਡਾ ਤਾਂ ਪਿਆਰ ਗੁਰਦੁਆਰਿਆਂ ਦੇ ਨਾਲ ਆ ਜੀ ਗੁਰਦੁਆਰਿਆਂ ਦੀ ਕੰਸਟਰਕਸ਼ਨ ਅਸੀਂ ਆਪ ਕਰ ਦਿੰਦੇ ਹਾਂ ਅਸੀਂ ਆਪ ਗੁਰਦੁਆਰੇ ਬਣਾ ਦਿੰਦੇ ਹਾਂ ਅਸੀਂ ਕੰਸਟਰਕਸ਼ਨ ਕਰਾ ਦਿੰਦੇ ਹਾਂ ਅਸੀਂ ਪੈਸਾ ਖਰਚ ਕਰ ਦਿੰਦੇ ਹਾਂ। ਤਾਂ ਮਹਾਰਾਜ ਨੇ ਜਵਾਬ ਦਿੱਤਾ ਚਿੱਟਾ ਜਵਾਬ ਕਿ ਭਾਈ ਗੁਰਦੁਆਰੇ ਮੇਰੇ ਨਹੀਂ ਇਹ ਸੰਗਤ ਦੇ ਗੁਰਦੁਆਰੇ ਆ ਇਹ ਪੰਥ ਦੇ ਗੁਰਦੁਆਰੇ ਆ ਇਹ ਇੱਕ ਕਮਿਊਨਿਟੀ ਦੇ ਗੁਰਦੁਆਰੇ ਆ ਇਹ ਗੁਰੂ ਦੇ ਗੁਰਦੁਆਰੇ ਆ ਇਹਨਾਂ ਦੀ ਕੰਸਟਰਕਸ਼ਨ ਹੋਏਗੀ ਸੰਗਤ ਦੀ ਕੰਟਰੀਬਿਊਸ਼ਨ ਦੇ ਨਾਲ। ਤੋ ਇਹ ਹੁਣ ਕੀ ਹੋਇਆ 4 ਕਰੋੜ 95 ਲੱਖ ਰੁਪਈਆ ਜਿਹੜੀ ਸੈਂਟਰ ਦੀ ਸਰਕਾਰ ਹੈ ਉਹਨਾਂ ਨੇ ਦਿੱਤਾ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਨੂੰ ਵੀ ਤੁਸੀਂ ਇਸ ਕਿਸਮ ਦਾ ਇੱਕ ਬਹੁਤ ਵੱਡਾ ਫੰਕਸ਼ਨ ਅਰੇਂਜ ਕਰੋ ਉੱਥੇ ਸਿੱਖਾਂ ਨੂੰ ਭਗਵੇਂ ਕੱਪੜੇ ਪਵਾ ਕੇ ਉੱਥੇ ਬਿਠਾਓ ਉੱਥੇ ਪ੍ਰਾਈਮ ਮਿਨਿਸਟਰ ਆਏਗਾ ਉੱਥੇ ਹੋਮ ਮਿਨਿਸਟਰ ਆਏਗਾ ਉਹ ਐਡਰੈਸ ਕਰੇਗਾ। ਇਹ ਸਾਰਾ ਚੀਜ਼ ਆ ਜਿਹੜੀ ਇਹ ਮੈਨੂਵਰਡ ਆ ਜੀ ਇਹ ਮੈਨੂਵਰਡ ਆ ਇਹ ਚੀਜ਼ਾਂ ਕਦੇ ਵੀ ਇਤਿਹਾਸ ਨੂੰ ਬਦਲ ਨਹੀਂ ਸਕਦਾ। ਇਤਿਹਾਸ ਸਾਡਾ ਬਹੁਤ ਪੁਰਾਣਾ ਤਾਂ ਹੈ ਨਹੀਂ ਸਾਡੇ ਇਤਿਹਾਸ ਦੇ ਤਾਂ ਸਰੋਤ ਅਵੇਲੇਬਲ ਹੈ ਰਿਟਨ ਸਰੋਤ ਅਵੇਲੇਬਲ ਹੈ ਫਿਰ ਟ੍ਰੈਡੀਸ਼ਨ ਹੈ ਹੁਣ ਦੀਆਂ ਗੱਲਾਂ 200 250 300 ਸਾਲ ਦੀ ਗੱਲਾਂ ਬਿਲਕੁਲ। ਤੋ ਇਸ ਕਰਕੇ ਹੁਣ ਦੇਖੋ BBC ਨੇ ਕੀ ਕੀਤਾ 5000 ਇਤਿਹਾਸਕਾਰ ਅਪਾਇੰਟ ਕੀਤੇ ਜੀ ਕਿ ਲਾਓ ਵੀ ਸਾਨੂੰ ਦੱਸੋ ਵੀ ਦੋ ਸਿਵਲਾਈਜੇਸ਼ਨ ਬਣੀ ਆ ਸਭ ਤੋਂ ਬਿਹਤਰੀਨ ਰਾਜ ਜਿਸ ਦੇ ਵਿੱਚ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੋਇਆ ਕਿਸੇ ਦੇ ਨਾਲ ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਹੋਈ ਉਹ ਦੱਸੋ ਵੀ ਕਿਹੜਾ ਸੀ। ਉਹਨਾਂ ਨੇ 5000 ਇਤਿਹਾਸਕਾਰਾਂ ਨੇ ਮਤਲਬ ਸਾਰੀ ਚੀਜ਼ ਦੀ ਛਾਣਬੀਨ ਕਰਕੇ ਕੋਖ ਕਰਕੇ ਐਸਟੈਬਲਿਸ਼ ਕੀਤਾ ਵੀ ਸਭ ਤੋਂ ਬਿਹਤਰੀਨ ਰਾਜ ਰਣਜੀਤ ਸਿੰਘ ਦਾ ਤੋ ਇਹ ਤਾਂ ਇਤਿਹਾਸਕਾਰਾਂ ਦਾ ਇੱਕ ਕਰਾਫਟ ਹੁੰਦਾ ਜੀ ਹਰ ਬੰਦੇ ਦਾ ਜਿਸ ਤਰ੍ਹਾਂ ਕੋਈ ਮਿਸਤਰੀ ਦਾ ਕਰਾਫਟ ਆ ਇਤਿਹਾਸਕਾਰ ਦਾ ਵੀ ਇੱਕ ਕਰਾਫਟ ਹੁੰਦਾ ਉਸ ਕਰਾਫਟ ਮਤਲਬ ਇਤਿਹਾਸਕਾਰ ਨੇ ਤੁਹਾਡੇ ਛੱਡੇ ਸਬੂਤਾਂ ਦੇ ਰਾਹੀਂ ਨਹੀਂ ਚੱਲਣਾ ਉਹਨੂੰ ਫੋਲੋ ਨਹੀਂ ਕਰਨਾ ਤੁਸੀਂ ਲੀਡ ਨਹੀਂ ਕਰ ਸਕਦੇ ਇਤਿਹਾਸਕਾਰ ਨੂੰ। ਇਤਿਹਾਸਕਾਰ ਡਾਕਟਰ ਕੋਲ ਬਿਮਾਰੀ ਫੜਨ ਦਾ ਆਪਣਾ ਤਰੀਕਾਕਾਰ ਹੈ ਇਤਿਹਾਸਕਾਰ ਕੋਲ ਆਪਣਾ ਤਰੀਕਾਕਾਰ ਹੈ ਉਹਨੇ ਸੱਚ ਲੱਭਣਾ ਕਿ ਲਾਲ ਕਿਲੇ ਤੇ ਉਦਣ ਹੋਇਆ ਕੀ ਸੀ ਤੇ ਮੰਚ ਤੇ ਕੌਣ ਬੈਠਾ ਸੀ ਤੇ ਕਿਹੜਾ ਕਥਾਵਾਚਕ ਕੀ ਬੋਲ ਰਿਹਾ ਸੀ ਕਿੰਨੇ ਪੈਸੇ ਦਿੱਤੇ ਜੀ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਉਹ ਤਾਂ ਆ ਗਏ ਰਿਕਾਰਡ ਦੇ ਉੱਤੇ ਆ ਗਿਆ 4 ਕਰੋੜ 95 ਲੱਖ ਰੁਪਈਆ ਐਗਜ਼ੈਕਟ ਅਮਾਉਂਟ ਮੈਂ ਤੁਹਾਨੂੰ ਦੱਸ ਜੀ ਦਿੱਤੀ ਗਈ ਜੀ ਉਹਦਾ ਖਰਚਾ ਸਾਰਾ ਜੋ ਉੱਥੇ ਅਰੇਂਜਮੈਂਟ ਹੋਇਆ ਜੀ। ਕਦੇ ਸਰਕਾਰਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਨਾ ਤਾਂ ਨਵਾਂ ਧਰਮ ਦੇਖੋ ਅਕਬਰ ਦੀ ਦੀਨੇ ਇਲਾਹੀ ਸੀ ਉਹ ਉਸ ਵੇਲੇ ਦਾ ਬੜਾ ਸਟਰੋਂਗ ਐਂਪਰਰ ਸੀ ਬਹੁਤ ਵੱਡਾ ਉਹਦਾ ਐਮਪਾਇਰ ਸੀ ਬੜੀ ਉਹਦੀ ਸਟਰੈਂਥ ਸੀ ਔਰ ਬੜਾ ਲਿਬਰਲ ਸੀ ਜੀ ਕੰਪੈਰੀਟਿਵਲੀ ਜੀ ਤਾਂ ਉਹ ਨਹੀਂ ਦੀਨੇ ਇਲਾਹੀ ਚਲਾ ਸਕਿਆ। ਕੋਈ ਸਰਕਾਰਾਂ ਦੁਨੀਆ ਦੇ ਵਿੱਚ ਨਵੇਂ ਧਰਮ ਨਹੀਂ ਚਲਾ ਸਕਦੀਆਂ। ਪਿਛਲੀ 10 ਸਦੀਆਂ ਦਾ ਸਭ ਤੋਂ ਤਾਕਤਵਰ ਰਾਜਾ ਸੀ ਅਕਬਰ ਇੱਥੋਂ ਦਾ ਸਾਊਥ ਏਸ਼ੀਆ ਦਾ ਜੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਮਤਲਬ ਬਾਵਜੂਦ ਇਸ ਗੱਲ ਦੇ ਕਿ ਦੀਨੇ ਇਲਾਹੀ ਨੂੰ ਅਕਬਰ ਦੀ ਸਿੱਧੇ ਤੌਰ ਦੇ ਉੱਤੇ ਸਪੋਰਟ ਸੀ ਸਾਧਨ ਸੀ ਸਭ ਕਿਸਮ ਦੇ ਚੀਜ਼ਾਂ ਮੁਹੱਈਆ ਕੀਤੀਆਂ ਗਈਆਂ ਜੀ ਉਸ ਦੇ ਬਾਵਜੂਦ ਵੀ ਮਤਲਬ ਨਵਾਂ ਧਰਮ ਨਹੀਂ ਚੱਲਿਆ ਉਹ ਧਰਮ ਉਸੇ ਵੇਲੇ ਹੀ ਖਤਮ ਹੋ ਗਿਆ ਜੀ। ਕੋਈ ਸਰਕਾਰਾਂ ਧਰਮ ਨਹੀਂ ਚਲਾ ਸਕਦੀਆਂ ਕੋਈ ਸਰਕਾਰਾਂ ਧਰਮ ਨੂੰ ਤੋੜ ਨਹੀਂ ਸਕਦੀਆਂ ਜੀ ਜੇ ਚਲਾ ਨਹੀਂ ਸਕਦੀਆਂ ਤੋੜ ਵੀ ਨਹੀਂ ਸਕਦੀਆਂ। ਇਹ ਤਾਂ ਇੱਕ ਪ੍ਰੋਫਿਟ ਹੁੰਦੇ ਆ ਜੀ ਇਹ ਪੈਗੰਬਰ ਹੁੰਦੇ ਆ ਇਹਨਾਂ ਦੇ ਕੋਲ ਇਲਾਹੀ ਬਾਣੀ ਹੁੰਦੀ ਹੈ ਉਸ ਬਾਣੀ ਦੇ ਆਧਾਰ ਦੇ ਉੱਤੇ ਹੀ ਉਹ ਆਪਣਾ ਨਵਾਂ ਸਿਰਜਦੇ ਆ ਸਿਰਜਣਾ ਤੋਂ ਸਿਰਜਣਾ ਸਿਰਜੀ ਜਾਂਦੀ ਹੈ। ਤੋਂ ਦੇਖੋ ਗੁਰੂ ਨਾਨਕ ਮਹਾਰਾਜ ਨੇ ਕੀ ਕਿਹਾ ਨਵਾਂ ਇੱਕ ਸਿਸਟਮ ਇੰਟਰੋਡਿਊਸ ਕਰ ਦਿੱਤਾ ਇਸ ਦੁਨੀਆ ਦੇ ਖਿੱਤੇ ਦੇ ਵਿੱਚ ਜਿਹੜਾ ਯੂਨੀਕ ਆ ਜੀ ਜਿਸ ਦੀ ਹਰ ਚੀਜ਼ ਜਿਹੜੀ ਆ ਉਹ ਵੱਖਰੀ ਆ ਵਿਲੱਖਣ ਆ। ਤੋਂ ਇਹ ਗੱਲ ਉਸ ਪੈਗੰਬਰ ਦੀ ਇੱਕ ਵਿਜ਼ਨ ਹੈ ਉਸ ਨੂੰ ਇਲਾਹੀ ਬਾਣੀ ਹੋ ਰਹੀ ਹੈ ਕਹਿ ਰਹੇ ਆ ਜੀ ਇਲਾਹੀ ਬਾਣੀ ਹੈ ਰਿਵੀਲਡ ਵਰਡ ਜਿਸ ਨੂੰ ਕਹਿੰਦੇ ਜੀ। ਤੋਂ ਇਸ ਕਰਕੇ ਉਹਨਾਂ ਨੇ ਨਵਾਂ ਗ੍ਰੰਥ ਬਣਾਤਾ ਨਵਾਂ ਹੋਲੀਐਸਟ ਆਫ ਦੀ ਸੈਂਕਟਮ ਸੈਂਕਟੋਰਮ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਹੋਲੀਐਸਟ ਆਫ ਦੀ ਹੋਲੀ ਉਹ ਬਣਾਤਾ ਨਵੀਆਂ ਰਸਮੋ ਰਿਵਾਜ ਬਣਾਤੇ ਮਰਨ ਦੇ ਸਿੱਖਾਂ ਦੀ ਰਸਮੋ ਰਿਵਾਜ ਆ ਇਸੇ ਤਰੀਕੇ ਜਨਮ ਦੇ ਰਸਮੋ ਰਿਵਾਜ ਆ ਸ਼ਾਦੀ ਦੇ ਰਸਮੋ ਰਿਵਾਜ ਆ ਇਹ ਗੱਲਾਂ ਕੋਈ ਸਰਕਾਰਾਂ ਥੋੜ੍ਹਾ ਐਸਟੈਬਲਿਸ਼ ਕਰ ਸਕਦੀਆਂ। ਸਰਕਾਰਾਂ ਨੇ ਤਾਂ ਦੇਖੋ 1947 ਤੋਂ ਜ਼ੋਰ ਲਾ ਲਿਆ ਵੀ ਤੁਸੀਂ ਡੌਰੀ ਨੂੰ ਖਤਮ ਕਰ ਦਿਓ ਡੌਰੀ ਸਿਸਟਮ ਹੋਇਆ ਥੋੜ੍ਹਾ ਵੱਧਦਾ ਹੀ ਜਾ ਰਿਹਾ ਜੀ ਹੁਣ ਜਿਉਂ ਵੱਧ ਰਿਹਾ ਨਵੀਆਂ ਕਾਰਾਂ ਨਵੀਆਂ ਚੀਜ਼ਾਂ ਆਹ ਫਰਿੱਜ ਵੀ ਦੇ ਦਿਓ ਜੀ ਆਹ AC ਵੀ ਦੇ ਦਿਓ ਜੀ ਆਹ ਨਵੀਂ ਕਾਰ ਵੀ ਦੇ ਦਿਓ ਜੀ ਕਿੰਨੇ ਲੱਖ ਦੀ ਦੇ ਦਿਓ ਉਹਦੀ ਕੋਈ ਲਿਮਿਟ ਨਹੀਂ ਜੀ। ਤੋਂ ਸਰਕਾਰਾਂ ਸਮਾਜ ਦੇ ਜਿਹੜੀਆਂ ਰਹੁ ਰੀਤਾਂ ਉਸ ਨੂੰ ਨਾ ਬਦਲ ਸਕਦੀਆਂ ਨਾ ਤੋੜ ਸਕਦੀਆਂ ਉਹਦਾ ਆਪਣਾ ਪ੍ਰਵਾਹ ਹੈ ਉਹਦਾ ਆਪਣਾ ਇੱਕ ਪ੍ਰਵਾਹ ਹੁੰਦਾ ਉਹ ਆਪਣਾ ਇੱਕ ਸਮਾਜ ਦਾ ਸਿਸਟਮ ਹੁੰਦਾ ਉਹ ਬੜਾ ਸਟਰੋਂਗ ਹੁੰਦਾ ਕਾਨੂੰਨ ਤੋਂ ਜ਼ਿਆਦਾ ਸਟਰੋਂਗ ਹੁੰਦਾ ਜੀ। ਤੁਸੀਂ ਕਾਨੂੰਨ ਬਣਾ ਸਕਦੇ ਹੋ
ਪਰ ਕਾਨੂੰਨ ਦੇ ਨਾਲ ਸਮਾਜ ਦੀਆਂ ਰੋਹ ਰੀਤਾਂ ਨੂੰ ਤੁਸੀਂ ਤੋੜ ਸਕਦੇ। ਤੋ ਗੁਰੂਆਂ ਨੇ ਦੇਖੋ ਕਿੱਡੀ ਕਮਾਲ ਦੀ ਗੱਲ, ਐਕਸਕਿਊਜ਼ ਮੀ, ਗੁਰੂਆਂ ਨੇ ਇੱਕ ਨਵਾਂ ਸਮਾਜ ਸਿਰਜਿਆ, ਉਸ ਸਮਾਜ ਦੀਆਂ ਨਵੀਆਂ ਰੋਹ ਰੀਤਾਂ ਬਣਾਈਆਂ, ਉਸ ਧਰਮ ਦੀਆਂ ਨਵੀਆਂ ਰੋਹ ਰੀਤਾਂ ਬਣਾਈਆਂ। ਸਮਾਜ ਦੀ ਗੁਰੂ ਦੀ ਅਰਦਾਸ ਆ, ਅਰਦਾਸ ਦੇ ਵਿੱਚ ਸਿੱਖ ਕੀ ਮੰਗਦਾ, ਇਹ ਵੀ ਆਦੇਸ਼ ਦਿੱਤਾ ਗੁਰੂ ਨੇ। ਇੱਕ ਵੱਡੀ ਵਿਲੱਖਣ ਗੱਲ ਆ ਜੀ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਦੂਸਰੇ ਧਰਮ ਹੈ, ਉਹਨਾਂ ਧਰਮਾਂ ਦੇ ਵਿੱਚ ਜਿਹੜੀ ਅਰਦਾਸ ਆ ਉਹ ਆਪਣੇ ਲਈ, ਵੀ ਮੇਰਾ ਆਹ ਬਣਾ ਦਿਓ ਜੀ, ਮੈਨੂੰ ਕੋਠੀ ਬਣਾ ਦਿਓ ਜੀ, ਮੈਨੂੰ ਕਾਰਾਂ ਦੇ ਦਿਓ ਜੀ, ਮੈਨੂੰ ਵੱਡਾ ਅਹੁਦਾ ਦੇ ਦਿਓ ਜੀ, ਮੈਨੂੰ ਪੋਜੀਸ਼ਨ ਦੇ ਦਿਓ। ਲੇਕਿਨ ਸਿੱਖ ਨੂੰ ਇੱਕ ਆਦੇਸ਼ ਆ ਕਿ ਜਦੋਂ ਤੂੰ ਅਰਦਾਸ ਕਰਨੀ ਆ, ਸਿਰਫ ਇੱਕੋ ਚੀਜ਼ ਮੰਗਣੀ ਆ ਰੱਬ ਤੋਂ, ਸਰਬੱਤ ਦਾ ਭਲਾ। ਕਿੱਡੀ ਵੱਡੀ ਗੱਲ ਜੀ, ਕਿੱਡੀ ਵੱਡੀ ਗੱਲ। ਸਿੱਖੀਜ਼ਮ ਯੂਨੀਵਰਸਲ ਰਿਲੀਜਨ, ਮਾਨਵਤਾ ਦਾ ਧਰਮ, ਜਿਸ ਦੇ ਵਿੱਚ ਟੋਟਲ ਇਕੁਐਲਿਟੀ ਹੈ, ਕਿਸੇ ਦੇ ਨਾਲ ਕੋਈ ਧੱਕਾ ਨਹੀਂ, ਕਿਸੇ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਵਿਰੋਧ ਨਹੀਂ, ਪਿਆਰ ਹੀ ਦੇ ਨਾਲ ਹੀ, ਪਿਆਰ ਦੇ ਕਲਾਵੇ ਵਿੱਚ ਲੈ ਕੇ ਲੋਕਾਂ ਨੂੰ ਇੰਨਾ ਪਿਆਰ ਦੇਣਾ ਕਿ ਲੋਕ ਆਪਣੇ ਆਪ ਕਹਿਣ ਵੀ ਅਸੀਂ ਤਾਂ ਸਿੱਖ ਬਣਨਾ ਜੀ। ਔਰ ਉਹ ਸਿੱਖ ਬਣ ਕੇ ਉਸ ਦੇ ਲਈ ਉਹ ਕਹਿੰਦੇ ਆ ਵੀ ਅਸੀਂ ਸ਼ਹਾਦਤ ਵੀ ਦੇਣ ਨੂੰ ਤਿਆਰ। ਸ਼ਹਾਦਤ ਜਿਹੜੀ ਸਿੱਖਾਂ ਦੀ ਆ ਉਹ ਵੀ ਵਿਲੱਖਣ ਆ। ਇਸਲਾਮ ਦੀ ਸ਼ਹਾਦਤ ਦੇ ਨਾਲੋਂ ਕ੍ਰਿਸਚੈਨਿਟੀ ਦੀ, ਜੂਡਾਇਜ਼ਮ ਦੀ ਸ਼ਹਾਦਤ ਨਾਲੋਂ ਵੱਖਰੀ ਕਿਸ ਤਰ੍ਹਾਂ ਵੱਖਰੀ ਹੈ? ਇਸਲਾਮ ਦੇ ਵਿੱਚ ਜਾਂ ਦੂਸਰੇ ਪਾਸੇ ਕ੍ਰਿਸਚੈਨਿਟੀ 'ਚ, ਜੂਡਾਇਜ਼ਮ ਦੇ ਵਿੱਚ ਉਹ ਕੀ ਮੰਗਦਾ? ਜਿਹੜਾ ਬੰਦਾ ਸ਼ਹੀਦ ਹੋਣ ਵਾਲਾ, ਉਹ ਕਹਿੰਦਾ ਵੀ ਮੈਨੂੰ ਬਹਿਸ਼ਤ 'ਚ ਜਾਊਂਗਾ, ਜੰਨਤ ਜਾਊਂਗਾ, ਚੀਜ਼ਾਂ ਇੱਥੇ ਵਰਜਿਤ ਆ ਉੱਥੇ ਮਿਲਣਗੀਆਂ। ਲੇਕਿਨ ਸਿੱਖ ਦੀ ਕੀ ਆ? ਉਹ ਕਹਿੰਦਾ ਵੀ ਜੇ ਮੈਂ ਰੱਬ ਦੇ ਨਾਂ ਦੇ ਉੱਤੇ ਸ਼ਹਾਦਤ ਦੇ ਦਿੱਤੀ, ਮੈਂ ਮੰਗਣਾ ਕੀ ਆ? ਹੋਰ ਮੈਨੂੰ ਚਾਹੀਦਾ ਹੀ ਕੁਛ ਨਹੀਂ। ਰੱਬ ਦੇ ਨਾਂ ਦੇ ਉੱਤੇ ਦਿੱਤੀ ਹੋਈ ਸ਼ਹਾਦਤ ਤੋਂ ਕੋਈ ਚੀਜ਼ ਰਹਿ ਨਹੀਂ ਜਾਂਦੀ ਬਾਕੀ ਜੀ। ਸੱਚ ਦੇ ਉੱਤੇ ਜਿਹੜੀ ਸ਼ਹਾਦਤ ਦਿੱਤੀ ਗਈ ਹੈ ਉਸ ਤੋਂ ਰਹਿ ਨਹੀਂ। ਮਹਾਰਾਜ ਪੰਜਵੇਂ ਪਾਤਸ਼ਾਹ ਅੱਗਾਂ ਦੀਆਂ ਲਾਟਾਂ ਮਚ ਰਹੀਆਂ, ਲਾਟਾਂ ਮਚ ਰਹੀਆਂ, ਤਾਂ ਉਹ ਉਹਨਾਂ ਦੇ ਮੂੰਹ ਦੇ ਉੱਤੇ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ, ਤਾਂ ਉਹਨਾਂ ਦੇ ਫੇਸ ਦੇ ਉੱਤੇ ਇੱਕ ਸੈਟਿਸਫੈਕਸ਼ਨ ਆ ਕਿ ਉਹ ਲਾਟਾਂ 'ਚੋਂ ਦੇਖ ਰਹੇ ਆ ਕਿ ਇੱਕ ਐਸੀ ਕੌਮ ਹੈ ਪੈਦਾ ਹੋ ਰਹੀ ਹੈ ਚੰਗਿਆੜਿਆਂ ਦੇ ਵਿੱਚੋਂ ਜਿਹੜੀ ਵਿਲੱਖਣ ਹੋਏਗੀ। ਉਹਨਾਂ ਚੰਗਿਆੜਿਆਂ ਦੇ ਵਿੱਚੋਂ ਹੋਈ ਸਿੱਖ ਕੌਮ ਹੈ ਜਿਸ ਨੇ ਹਮੇਸ਼ਾ ਦੁਨੀਆ ਨੂੰ ਰਾਹਤ ਦੇਣੀ, ਦੁਨੀਆ ਨੂੰ ਮਤਲਬ ਐਕੋਮੋਡੇਸ਼ਨ ਦੇਣੀ ਹੈ, ਦੁਨੀਆ ਨੂੰ ਪਿਆਰ ਦੇਣਾ। ਦੇਖੋ ਕਿੱਥੇ ਕਿੱਥੇ ਦੁਨੀਆ ਦੇ ਵਿੱਚ ਕਿੰਨੇ ਕਿੰਨੇ ਕ੍ਰਾਈਸਿਸ ਆ ਰਹੇ ਆ, ਸਿੱਖ ਉੱਥੇ ਖੜੇ ਲੰਗਰ ਲੈ ਕੇ ਆਪਣਾ ਤਨ ਮਨ ਉੱਥੇ। ਆ ਦੇਖੋ ਕੋਵਿਡ ਆਇਆ, ਈਵਨ ਜਿਹੜੇ ਆਕਸੀਜਨ ਦੇ ਸਿਲੰਡਰ ਆ, ਜੋ ਆਕਸੀਜਨ ਦੇ ਇੰਸਟਰੂਮੈਂਟ ਹੈਗੇ ਆ, ਉਹ ਲੈ ਕੇ ਜਾ ਰਹੇ। ਹਸਪਤਾਲ ਵਾਲੇ ਬੰਦਿਆਂ ਨੂੰ ਅੰਦਰ ਨਹੀਂ ਵਾੜ ਰਹੇ, ਮਾਂ ਬਾਪ ਆਪਣੇ ਬੱਚਿਆਂ ਨੂੰ ਹੱਥ ਨਹੀਂ ਲਾ ਰਹੇ, ਸਿੱਖ ਉਹਨਾਂ ਨੂੰ ਪਿਆਰ ਨਾਲ ਲਿਜਾ ਕੇ ਉਹਨਾਂ ਦਾ ਕ੍ਰਿਮੇਸ਼ਨ ਵੀ ਕਰਾ ਰਹੇ। ਜੇ ਹਿੰਦੂ ਆ ਤਾਂ ਹਿੰਦੂ ਰੋਹ ਰੀਤਾਂ ਦੇ ਨਾਲ, ਜੇ ਮੁਸਲਮਾਨ ਆ ਤਾਂ ਮੁਸਲਮਾਨ ਦੀ ਰੋਹ ਰੀਤਾਂ ਦੇ ਨਾਲ। ਇਸ ਤਰ੍ਹਾਂ ਨਹੀਂ ਵੀ ਸਿੱਖਾਂ ਦੀ ਰੋਹ ਰੀਤ, ਜੇ ਸਿੱਖ ਆ ਤਾਂ ਸਿੱਖ ਦੀ ਜੀ। ਇਹ ਹੈ ਸਿੱਖ ਜੀ। ਅਸੀਂ ਗੱਲਬਾਤ ਕੀਤੀ ਹੈ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜੋ ਕਿ ਪ੍ਰੋਫੈਸਰ ਆਫ ਹਿਸਟਰੀ, ਇਤਿਹਾਸ ਦੇ ਨਾਮਵਰ ਜਿਹੜੇ ਨੇ ਅਧਿਆਪਕ ਵਜੋਂ ਜਾਣੇ ਜਾਂਦੇ ਨੇ। ਇੱਕ ਗੱਲ ਨਿਸ਼ਚਿਤ ਹੁੰਦੀ ਹੈ ਕਿ ਇਤਿਹਾਸ ਕਦੇ ਕਿਸੇ ਦੇ ਲਿਖਿਆ, ਕਿਸੇ ਦੇ ਘੜਿਆਂ ਨਹੀਂ ਘੜਿਆ ਜਾਂਦਾ। ਇਹਦਾ ਆਪਣਾ ਪਾਣੀ ਦੇ ਵਾਂਗੂ ਆਪਣਾ ਪ੍ਰਵਾਹ ਹੁੰਦਾ ਹੈ। ਆਪਾਂ ਬੈਕਡ੍ਰੌਪ ਰੱਖੀ ਹੈ ਇਸ ਗੱਲਬਾਤ ਦੀ ਕਿ ਲਾਲ ਕਿਲ੍ਹੇ ਦੇ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਇਸ ਮੌਕੇ ਰਤਾਕੂ ਇਤਿਹਾਸ ਨਾਲ ਛੇੜਛਾੜ ਕਰਨ ਦੀ ਰਤਾਕੂ ਕੋਸ਼ਿਸ਼ ਹੈ, ਕਿਉਂਕਿ ਸਿੱਖ ਇਤਿਹਾਸ ਜਿਨ੍ਹਾਂ ਨੇ ਪੜ੍ਹਿਆ ਹੈ, ਜਿਨ੍ਹਾਂ ਨੇ ਸੁਣਿਆ ਹੈ, ਉਹਨਾਂ ਦੇ ਰੋਮ 'ਚ ਇੰਨਾ ਵਸਿਆ ਹੋਇਆ ਹੈ, ਉਹਨਾਂ ਨੂੰ ਵੈਸੇ ਹੀ ਅਸਲੀਅਤ ਪਤਾ ਹੈ। ਜਿਹਨੂੰ ਨਹੀਂ ਪਤਾ ਉਹਨੂੰ ਬੜੀ ਛੇਤੀ ਆਭਾਸ ਹੋ ਜਾਂਦਾ ਇਸ ਦਾ। ਪਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਇਸ ਇਤਿਹਾਸ ਨਾਲ ਉੱਥੇ ਬੈਠ ਕੇ ਕਿਸੇ ਦਬਾਅ 'ਚ, ਕਿਸੇ ਭੈ 'ਚ, ਕਿਸੇ ਡਰ 'ਚ, ਕਿਸੇ ਲਾਲਚ 'ਚ ਆ ਕੇ ਅਗਰ ਕੋਸ਼ਿਸ਼ ਕੀਤੀ ਹੈ, ਚਲੋ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਖਿਮਾ ਕਰਨ, ਪਰ ਇਹ ਜਿਹੜੀ ਕੋਸ਼ਿਸ਼ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਕਾਮਯਾਬ ਹੋਣ ਵਾਲੀ ਹੈ। ਇਹ ਨਵੀਂ ਗੱਲ ਨਹੀਂ ਹੈ ਜੀ। ਔਰੰਗਜ਼ੇਬ ਦੇ ਆਪਣੇ ਵਕਤ ਦੇ ਵਿੱਚ ਜੀ ਗੁਰੂ ਹਰਿਰਾਏ ਸਾਹਿਬ ਦਾ ਪੀਰੀਅਡ ਸੀ। ਉਸ ਵੇਲੇ ਇੱਕ ਕੰਪਲੇਂਟ ਹੋ ਗਈ ਔਰੰਗਜ਼ੇਬ ਦੇ ਕੋਲ ਕਿ ਉਸੇ ਲਾਲ ਕਿਲੇ 'ਚ, ਹਾਂ ਉਸੇ ਲਾਲ ਕਿਲੇ 'ਚ ਕੰਪਲੇਂਟ ਹੋ ਗਈ ਜੀ ਵੀ ਇਹਨਾਂ ਸਿੱਖਾਂ ਦੀ ਜਿਹੜੀ ਬਾਣੀ ਹੈ, ਸਿੱਖਾਂ ਦਾ ਜਿਹੜਾ ਗ੍ਰੰਥ ਹੈ, ਉਸ ਦੇ ਵਿੱਚ ਇਸਲਾਮ ਦੀ ਤੌਹੀਨ ਹੈ। ਉਸ ਵਿੱਚ ਇੱਕ ਤੁਕ ਹੈ, ਮਿੱਟੀ ਮੁਸਲਮਾਨ ਕੀ ਪੀੜੇ ਪਈ ਕਮਿਆਰ, ਘੜ ਘੜ ਭਾਂਡੇ ਕੀਆ ਜਲ ਕੀ ਕਰੇ ਪੁਕਾਰ। ਉਹਨਾਂ ਨੇ ਕਿਹਾ ਵੀ ਦੇਖੋ ਜੀ, ਮੁਸਲਮਾਨ ਦੀ ਮਿੱਟੀ ਦੀ ਇਸ ਤਰੀਕੇ ਨਾਲ ਤੌਹੀਨ ਹੋਈ ਹੈ। ਤਾਂ ਉਹ ਸ਼ਿਕਾਇਤ ਜਦੋਂ ਹੋਈ ਤਾਂ ਉਹਨਾਂ ਨੇ ਸਮਨ ਕਰ ਲਿਆ ਗੁਰੂ ਹਰਿਰਾਏ ਸਾਹਿਬ ਨੂੰ। ਤਾਂ ਗੁਰੂ ਹਰਿਰਾਏ ਸਾਹਿਬ ਨੇ ਆਪਣਾ ਬੜਾ ਬੇਟਾ ਸੀ ਰਾਮ ਰਾਏ ਜੀ ਔਰ ਬੜਾ ਕਾਬਲ ਸੀ, ਬੜਾ ਉਹਨੂੰ ਪਿਆਰ ਕਰਦੇ ਸੀ ਮਹਾਰਾਜ। ਉਹਨੂੰ ਕਿਹਾ ਵੀ ਰਾਮ ਰਾਏ ਜਾਓ
ਉੱਥੇ ਦਰਬਾਰ ਦੇ ਵਿੱਚ ਤੁਸੀਂ ਦੱਸੋ ਇਸ ਦਾ ਕੀ ਮਤਲਬ, ਇਸ ਵਾਕ ਦਾ ਕੀ ਮਤਲਬ ਹੈ। ਤਾਂ ਉਹ ਜਦੋਂ ਰਾਮ ਰਾਏ ਉੱਥੇ ਦਰਬਾਰ 'ਚ ਗਿਆ, ਉਹ ਦਰਬਾਰ ਦਾ ਤੁਹਾਨੂੰ ਪਤਾ ਔਰਾ ਹੁੰਦਾ, ਨੇਜ਼ੇ ਜਲਵਾ ਦੇਖ ਕੇ, ਜਲਵਾ ਉਹ ਸਾਰਾ ਦੇਖ ਦੋ ਕੇ ਉਹ ਘਬਰਾ ਗਿਆ, ਡਰ ਗਿਆ। ਡਰ ਕੇ ਉਸਨੇ ਕੀ ਕੀਤਾ, ਉਸਨੇ ਇੱਕ ਲਫ਼ਜ਼ ਬਦਲਤਾ, ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬੇਈਮਾਨ ਕਹਿ ਦਿੱਤਾ ਜੀ, ਇੱਕ ਲਫ਼ਜ਼। ਤਾਂ ਮਹਾਰਾਜ ਉਹ ਹਲੇ ਪਹੁੰਚਿਆ ਨਹੀਂ ਵਾਪਸ, ਮਹਾਰਾਜ ਨੇ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਬੇਟੇ ਨੂੰ ਔਰ ਉਹਦੀਆਂ ਆਉਣ ਵਾਲੀਆਂ ਜਿਨਸਾਂ ਨੂੰ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਐਕਸਕਮਿਊਨੀਕੇਟ ਕਰ ਦਿੱਤਾ। ਯੈਸ, ਐਕਸਕਮਿਊਨੀਕੇਟ। ਦੇਹਰਾਦੂਨ ਮੇਰੇ ਖਿਆਲ ਚ ਉਹਨਾਂ ਦਾ ਵਸਾਇਆ ਹੋਇਆ ਹੈ, ਉਹਨਾਂ ਦੇ ਨਾਮ ਤੇ ਵਸਿਆ ਗੁਰੂ ਰਾਮ ਰਾਏ ਦੇ। ਉਹ ਮਤਲਬ ਗੁਰੂ ਜਿਹੜਾ ਉਹਨੇ ਔਰੰਗਜ਼ੇਬ ਨੇ ਉਸ ਨੂੰ ਜਗੀਰ ਦਿੱਤੀ। ਗੱਲ ਹੈ ਬਾਣੀ ਜਿਹੜੀ ਹੈ, ਜੇ ਇਲਾਹੀ ਬਾਣੀ ਹੈ, ਜੇ ਰਿਵੀਲਡ ਵਰਡ ਹੈ, ਉਸ ਦੇ ਚ ਤਬਦੀਲ ਨਹੀਂ ਹੋ ਸਕਦਾ, ਕਿਉਂਕਿ ਉਹ ਰੱਬ ਦੀ ਬਾਣੀ ਹੈ, ਸਿੱਧਾ ਮੈਸੇਜ ਪਰਮਾਤਮਾ ਕਨੀਓ ਆਇਆ ਹੋਇਆ ਜੀ। ਤਾਂ ਇਸ ਕਰਕੇ ਗੁਰੂ ਆਪਣੇ ਬੱਚੇ ਨੂੰ ਐਡੀ ਬੜੀ ਸਜ਼ਾ ਦੇ ਰਿਹਾ, ਜਿਹੜੀ ਦੁਨੀਆ ਦੇ ਵਿੱਚ ਅਨਪ੍ਰੈਸੀਡੈਂਟਡ, ਜਿਹਨੂੰ ਉਹ ਬਹੁਤ ਪਿਆਰ ਕਰਦੇ ਜੀ। ਤਾਂ ਉਹ ਅੱਜ ਤੱਕ ਵੀ ਪੰਥ ਦੇ ਮੇਨ ਸਟ੍ਰੀਮ ਤੋਂ ਬਾਹਰ ਹੈਗੇ ਜੀ, ਉਹਨਾਂ ਨੂੰ ਕਦੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ ਸਿੱਖੀ ਦਾ ਪਾਰਟ, ਹਾਲਾਂਕਿ ਗੁਰੂ ਦੀ ਜਿਨਸ ਆ, ਗੁਰੂ ਦੀ ਜਿਨਸ ਹੈ। ਸੋ ਅਸੀਂ ਗੱਲਬਾਤ ਜਿਹੜੀ ਹੈ ਇੱਥੇ ਹੀ ਆਪਾਂ ਇਹਨੂੰ ਸਮੇਟਦੇ ਹਾਂ। ਇਸ ਗੱਲ 'ਚੋਂ ਕਾਫੀ ਡੂੰਘੀਆਂ ਗੱਲਾਂ ਆਪਾਂ ਨੂੰ ਹੋਈਆਂ ਨੇ, ਸਾਹਮਣੇ ਆਈਆਂ ਨੇ। ਖਾਸ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਇਤਿਹਾਸਕ ਗਤੀਵਿਧੀ, ਇਤਿਹਾਸਕ ਘਟਨਾ ਦੇ ਜਿਹੜੇ ਗਵਾਹ ਬਣ ਜਾਂਦੇ ਹੋ, ਉਹਦੇ ਪਾਤਰ ਬਣ ਜਾਂਦੇ ਹੋ, ਤਾਂ ਘੱਟੋ ਘੱਟ ਇੰਨੇ ਕੁ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਕਿ ਇਤਿਹਾਸ ਨੇ ਤੁਹਾਨੂੰ ਵੀ ਉਸੇ ਦੂਰਬੀਨ ਨਾਲ, ਉਸੇ ਐਨਕ ਨਾਲ ਦੇਖਣਾ ਹੈ ਜਿਸ ਨਾਲ ਤੁਸੀਂ ਇਤਿਹਾਸ ਨੂੰ ਦੇਖਦੇ ਆਏ ਹੋ, ਜਾਂ ਜਿਸ ਨਾਲ ਉਸ ਮੌਕੇ ਤੇ ਤੁਹਾਨੂੰ ਦੇਖਿਆ ਜਾ ਰਿਹਾ ਹੈ। ਇਹ ਬੜੀ ਚੰਗੀ ਗੱਲ ਹੈ ਕਿ ਅੱਜ ਸਮਾਂ ਐਸਾ ਆ ਗਿਆ ਕਿ ਅੱਜ ਇਤਿਹਾਸ ਦਾ ਵਿਸ਼ਲੇਸ਼ਣ ਬੜੀ ਛੇਤੀ ਹੋਣ ਲੱਗ ਪਿਆ। ਇਹ ਸਾਰੀ ਟੈਕਨੋਲੋਜੀ ਦੀ ਕਮਾਲ ਹੈ, ਤੇ ਅਸੀਂ ਅੱਗੇ ਵੀ ਜੁੜਾਂਗੇ ਜੀ। ਸਾਡੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ ਜੀ।